Hello, my dear students. Today we are going to start our new chapter. Plants also breathe and feel. ਪੌਦੇ ਸਾਹ ਲੈਂਦੇ ਹਨ ਅਤੇ ਮਹਿਸੂਸ ਕਰਦੇ ਹਨ। ਲੈਸਨ ਸੈਕਿੰਡ ਕਲਾਸ 9। All of us know that plants have life. ਅਸੀਂ ਸਾਰੇ ਜਾਣਦੇ ਹਾਂ ਕਿ ਪੌਦਿਆਂ ਵਿੱਚ ਜੀਵਨ ਹੁੰਦਾ ਹੈ। But how many of us know that they have hearts? ਪਰ ਸਾਡੇ ਵਿੱਚੋਂ ਕਿੰਨੇ ਲੋਕ ਜਾਣਦੇ ਹਨ ਕਿ ਪੌਦਿਆਂ ਵਿੱਚ ਦਿਲ ਵੀ ਹੁੰਦਾ ਹੈ। ਕੈਨ ਫੀਲ, ਉਹ ਮਹਿਸੂਸ ਕਰ ਸਕਦੇ ਹਨ। ਐਂਡ ਸੀ, ਅਤੇ ਦੇਖ ਸਕਦੇ ਹਨ। ਦਿਸ ਐਕਸਟ੍ਰੈਕਟ ਹੁੰਦਾ ਅੰਸ਼, ਛੋਟਾ ਹਿੱਸਾ। ਟੈਲਜ਼ ਅਸ, ਇਹ ਅੰਸ਼ ਸਾਨੂੰ ਦੱਸਦਾ ਹੈ। ਸਮਥਿੰਗ ਅਬਾਊਟ ਦਾ ਸਾਇੰਟਿਸਟ, ਵਿਗਿਆਨੀ ਬਾਰੇ। ਹੂ ਮੇਡ ਦਿਸ ਡਰਾਮਾਟਿਕ ਡਿਸਕਵਰੀ, ਜਿਸ ਨੇ ਡਰਾਮਾਟਿਕ ਨਾਟਕੀ ਡਿਸਕਵਰੀ ਖੋਜ ਕੀਤੀ। ਇਹ ਅੰਸ਼ ਸਾਨੂੰ ਉਸ ਵਿਗਿਆਨੀ ਬਾਰੇ ਦੱਸਦਾ ਹੈ। ਸਾਇੰਟਿਸਟ, ਵਿਗਿਆਨੀ ਬਾਰੇ ਕੁਝ ਦੱਸਦਾ ਹੈ ਜਿਸ ਨੇ ਇਹ ਨਾਟਕੀ ਖੋਜ ਕੀਤੀ। It was an event that surprised, हैरान, scientific world. Surprised the scientific मतलब ਵਿਗਿਆਨਕ। ਇਹ ਇੱਕ ਅਜਿਹੀ ਇਵੈਂਟ, ਘਟਨਾ ਸੀ ਕਿ ਜਿਸ ਨੇ ਵਿਗਿਆਨਕ ਜਗਤ ਨੂੰ ਹੈਰਾਨ ਕਰ ਦਿੱਤਾ। ਇਟ ਵਾਸ ਐਨ ਅਨਡ੍ਰੀਮਡ ਆਫ ਥਿੰਗ, ਇਹ ਇੱਕ ਅਜਿਹੀ ਗੱਲ ਸੀ ਜਿਸ ਨੂੰ ਸੁਪਨੇ ਵਿੱਚ ਵੀ ਸੋਚਿਆ ਨਹੀਂ ਜਾ ਸਕਦਾ ਸੀ। ਅਨਡ੍ਰੀਮਡ ਨਾਲ ਜਿਹਨੂੰ ਸੁਪਨੇ ਵਿੱਚ ਨਾ ਸੋਚਿਆ ਜਾ ਸਕੇ। ਥਿੰਗ ਮਤਲਬ ਚੀਜ਼। Here was a man who had built a unique instrument. ਇੱਥੇ ਇੱਕ ਅਜਿਹਾ ਵਿਅਕਤੀ ਸੀ ਜਿਸ ਨੇ ਇੱਕ ਅਨੋਖੇ ਉਪਕਰਨ ਦਾ ਨਿਰਮਾਣ ਕੀਤਾ। ਐਨ ਇੰਸਟਰੂਮੈਂਟ that could measure the growth of plants, ਇੱਕ ਅਜਿਹਾ ਉਪਕਰਨ ਜੋ ਪੌਦਿਆਂ ਦੇ ਵਾਧੇ ਨੂੰ ਮਾਪ ਸਕਦਾ ਹੈ। ਗਰੋਥ, ਵਾਧਾ, ਮਈਅਰ, ਮਾਪਣਾ, ਇੰਸਟਰੂਮੈਂਟ, ਉਪਕਰਨ। Here was a man who had proved with this wonderful machine that plants have heart and can feel. ਇੱਥੇ ਇੱਕ ਅਜਿਹਾ ਵਿਅਕਤੀ ਸੀ ਜਿਸ ਨੇ ਆਪਣੀ ਅਦਭੁਤ ਮਸ਼ੀਨ, ਵੰਡਰਫੁਲ ਮਸ਼ੀਨ ਦੁਆਰਾ ਇਹ ਸਿੱਧ ਕਰ ਦਿੱਤਾ ਕਿ ਪੌਦਿਆਂ ਦੇ ਦਿਲ ਹੁੰਦੇ ਹਨ ਅਤੇ ਉਹ ਅਨੁਭਵ ਕਰਦੇ ਹਨ।
The machine showed that plants have sight and a sense which tells them that a stranger is approaching. इस मशीन ने दिखा दिता, दिस मशीन शोड मतलब दिखा दिता कि ਪੌਦਿਆਂ ਦੀ ਦ੍ਰਿਸ਼ਟੀ ਹੁੰਦੀ ਹੈ, ਪੌਦਿਆਂ ਦੀ ਦ੍ਰਿਸ਼ਟੀ ਹੁੰਦੀ ਹੈ ਅਤੇ ਉਹਨਾਂ ਕੋਲ ਅਜਿਹੀ ਚੇਤਨਾ ਹੁੰਦੀ ਹੈ, ਸੈਂਸ ਹੁੰਦੀ ਹੈ ਜੋ ਉਹਨਾਂ ਨੂੰ ਦੱਸ ਦਿੰਦੀ ਹੈ ਕਿ ਕੋਈ ਅਜਨਬੀ ਅਜਨਬੀ ਇਜ਼ ਅਪਰੋਚਿੰਗ, ਨਜ਼ਦੀਕ ਆ ਰਿਹਾ ਹੈ, ਨਜ਼ਦੀਕ ਆ ਰਿਹਾ ਹੈ। ਯੂਅਰ ਇੰਸਟਰੂਮੈਂਟ is a wonderful thing। your ਤੁਹਾਡਾ ਉਪਕਰਨ ਇੰਸਟਰੂਮੈਂਟ ਇੱਕ ਸ਼ਾਨਦਾਰ ਚੀਜ਼ ਹੈ, ਵੰਡਰਫੁਲ ਥਿੰਗ ਸ਼ਾਨਦਾਰ ਚੀਜ਼। said the great man who had come to the Paris Congress of Science 1900। ਉਹਨਾਂ ਮਹਾਨ ਪੁਰਸ਼ਾਂ ਨੇ ਕਿਹਾ ਜੋ 1900 ਦੇ ਵਿਗਿਆਨ ਸੰਬੰਧੀ ਪੈਰਿਸ ਸੰਮੇਲਨ ਵਿੱਚ ਸ਼ਾਮਲ ਹੋਏ ਸਨ। They were amazed as the inventor showed them how to use the machine। ਉਹਨਾਂ ਨੂੰ ਹੈਰਾਨੀ ਹੋਈ, amazed, they were amazed ਮਤਲਬ ਹੈਰਾਨੀ ਹੋਣਾ। ਉਹਨਾਂ ਨੂੰ ਹੈਰਾਨੀ ਹੋਈ ਜਦੋਂ ਅਵਿਸ਼ਕਾਰਕ ਇਨਵੈਂਟਰ ਜਿਹੜਾ ਖੋਜ ਕਰਦਾ ਹੈ, ਅਵਿਸ਼ਕਾਰਕ ਖੋਜ ਕਰਨ ਵਾਲੇ ਨੇ ਉਹਨਾਂ ਨੂੰ ਦੱਸਿਆ ਕਿ ਮਸ਼ੀਨ ਨੂੰ ਕਿਵੇਂ ਪ੍ਰਯੋਗ ਕੀਤਾ ਜਾਂਦਾ ਹੈ, ਹਾਊ ਟੂ ਯੂਜ਼ ਦਾ ਮਸ਼ੀਨ ਨੂੰ ਕਿਵੇਂ ਪ੍ਰਯੋਗ ਕੀਤਾ ਜਾਂਦਾ ਹੈ। ਵਟ ਡੂ ਯੂ ਕਾਲ ਦਿਸ ਇੰਸਟਰੂਮੈਂਟ, ਤੁਸੀਂ ਇਸ ਉਪਕਰਨ ਨੂੰ ਕੀ ਕਹਿੰਦੇ ਹੋ। ਦੇ ਆਸਕਡ, ਉਹਨਾਂ ਨੇ ਪੁੱਛਿਆ। ਇਹ ਕ੍ਰੈਸਕੋਗ੍ਰਾਫ, ਇੱਕ ਕ੍ਰੈਸਕੋਗ੍ਰਾਫ। ਰਿਪਲਾਈਡ ਜਗਦੀਸ਼ ਚੰਦਰ ਬੋਸ, ਦ ਗ੍ਰੇਟ ਸਾਇੰਟਿਸਟ। ਇੱਕ ਕ੍ਰੈਸਕੋਗ੍ਰਾਫ ਰਿਪਲਾਈਡ ਜਗਦੀਸ਼ ਚੰਦਰ ਬੋਸ ਦਾ ਗ੍ਰੇਟ ਸਾਇੰਟਿਸਟ ਹੂ ਹੈਡ ਬਿਲਟ ਦਿਸ ਵੰਡਰਫੁਲ ਮਸ਼ੀਨ। ਇੱਕ ਕ੍ਰੈਸਕੋਗ੍ਰਾਫ ਜਗਦੀਸ਼ ਚੰਦਰ ਬੋਸ, ਉਹ ਮਹਾਨ ਵਿਗਿਆਨੀ ਜਿਸ ਨੇ ਇਸ ਸ਼ਾਨਦਾਰ ਮਸ਼ੀਨ ਦਾ ਨਿਰਮਾਣ ਕੀਤਾ ਸੀ, ਨੇ ਉੱਤਰ ਦਿੱਤਾ। ਐਂਡ ਵੇਅਰ ਵਾਜ਼ ਇਟ ਮੇਡ, ਅਤੇ ਇਸ ਦਾ ਨਿਰਮਾਣ ਕਿੱਥੇ ਹੋਇਆ। ਦਾ ਸਾਇੰਟਿਸਟ ਆਸਕਡ, ਵਿਗਿਆਨੀਆਂ ਨੇ ਪੁੱਛਿਆ। ਇਨ
ਇੰਡੀਆ ਭਾਰਤ ਵਿੱਚ ਵਾਜ ਦਾ ਆਨਸਰ ਉੱਤਰ ਸੀ ਜਾਂ ਉੱਤਰ ਪ੍ਰਾਪਤ ਹੋਇਆ। ਹੀ ਦਾ ਰਿਪਲਾਈ caused greater surprise। ਇਸ ਉੱਤਰ ਨੇ ਭਾਰੀ ਹੈਰਾਨੀ ਪੈਦਾ ਕਰ ਦਿੱਤੀ। ਇੰਡੀਆ in 19th century was well known for its greatness in the fields of fine arts, literature and philosophy। 19ਵੀਂ ਸਦੀ ਵਿੱਚ ਭਾਰਤ ਕਲਾ ਫਾਈਨ ਆਰਟਸ ਕਲਾ ਲਿਟਰੇਚਰ ਸਾਹਿਤ ਫਿਲਾਸਫੀ ਦਰਸ਼ਨ ਦੇ ਖੇਤਰ ਫੀਲਡ ਮਤਲਬ ਖੇਤਰ ਵਿੱਚ ਆਪਣੀ ਮਹਾਨਤਾ ਗ੍ਰੇਟਨੈਸ ਲਈ ਪ੍ਰਸਿੱਧ ਸੀ। ਵੈਲ ਨੋਨ ਮਤਲਬ ਪ੍ਰਸਿੱਧ। ਵਟ in the field of science it had not progressed much। ਪਰ ਵਿਗਿਆਨ ਦੇ ਖੇਤਰ ਵਿੱਚ ਇਸ ਨੇ ਕੋਈ ਵਿਸ਼ੇਸ਼ ਪ੍ਰਗਤੀ ਜਾਂ ਤਰੱਕੀ ਨਹੀਂ ਕੀਤੀ ਸੀ। ਸਰ ਜਗਦੀਸ਼ ਚੰਦਰ ਬੋਸ with his invention made a name for himself and his country in the scientific world। ਪਰ ਸਰ ਜਗਦੀਸ਼ ਚੰਦਰ ਬੋਸ ਨੇ ਆਪਣੀ ਖੋਜ ਨਾਲ ਵਿਗਿਆਨਕ ਜਗਤ ਵਿੱਚ ਆਪਣਾ ਅਤੇ ਆਪਣੇ ਦੇਸ਼ ਦਾ ਨਾਂ ਉੱਚਾ ਕੀਤਾ। ਬੋਸ was born in 1858 in a village in ਬੰਗਾਲ। ਬੋਸ ਦਾ ਜਨਮ 1858 ਵਿੱਚ ਬੰਗਾਲ ਦੇ ਇੱਕ ਪਿੰਡ ਵਿੱਚ ਹੋਇਆ। ਆਫਟਰ ਸਟੱਡਿੰਗ ਫਿਜ਼ਿਕਸ ਐਟ ਕੈਲਕੱਟਾ ਯੂਨੀਵਰਸਿਟੀ he went to England for further studies। कलकत्ता विश्वविद्यालय यूनिवर्सिटी विश्वविद्यालय ਵਿੱਚ ਭੌਤਿਕੀ ਫਿਜ਼ਿਕਸ ਭੌਤਿਕੀ ਬਈ ਦੇ ਅਧਿਐਨ ਦੇ ਬਾਅਦ ਉਹ ਅੱਗੇ ਦੀ ਪੜ੍ਹਾਈ ਫਰਦਰ ਸਟੱਡੀ ਮਤਲਬ ਅੱਗੇ ਦੀ ਪੜ੍ਹਾਈ ਫਰਦਰ ਸਟੱਡੀਜ਼ ਅੱਗੇ ਦੀ ਪੜ੍ਹਾਈ ਲਈ ਇੰਗਲੈਂਡ ਗਿਆ। ਹੀ ਗ੍ਰੈਜੂਏਟਡ from Cambridge, then returned to India and was appointed Professor of Physics, Presidency College in Calcutta। ਉਸਨੇ ਕੈਂਬਰਿਜ ਤੋਂ ਸਨਾਤਕ ਗ੍ਰੈਜੂਏਸ਼ਨ ਸਨਾਤਕ ਦੀ ਪ੍ਰੀਖਿਆ ਪ੍ਰਾਪਤ ਕੀਤੀ। ਫਿਰ ਭਾਰਤ ਪਰਤ ਆਇਆ ਅਤੇ ਕਲਕੱਤਾ ਦੇ ਪ੍ਰੈਜ਼ੀਡੈਂਸੀ ਕਾਲਜ ਵਿੱਚ ਭੌਤਿਕੀ ਫਿਜ਼ਿਕਸ ਦਾ ਪ੍ਰੋਫੈਸਰ ਨਿਯੁਕਤ
ਹੋ ਗਿਆ। A 3-year struggle began between boss and the government, in which he was victorious। ਸਰਕਾਰ ਅਤੇ ਬੋਸ ਦੇ ਵਿਚਾਲੇ 3 ਸਾਲਾ ਸੰਘਰਸ਼ ਸ਼ੁਰੂ ਹੋ ਗਿਆ, ਜਿਸ ਵਿੱਚ ਉਹ ਜੇਤੂ ਹੋਇਆ। An Indian in those days of British rule usually received 2/3 of the salary paid to a European professor। ਅੰਗਰੇਜ਼ੀ ਸ਼ਾਸਨ ਦੇ ਉਹਨਾਂ ਦਿਨਾਂ ਵਿੱਚ ਬ੍ਰਿਟਿਸ਼ ਰੂਲ ਯੂਰੋਪੀਅਨ ਪ੍ਰੋਫੈਸਰਜ਼ ਦੀ ਤਨਖਾਹ ਦਾ 2/3 ਪ੍ਰਾਪਤ ਹੁੰਦਾ ਸੀ। Bose's appointment was a temporary one, so he was given only half the rate for a European। ਬੋਸ ਦੀ ਨਿਯੁਕਤੀ ਅਸਥਾਈ ਸੀ, ਇਸ ਲਈ ਉਸ ਨੂੰ ਯੂਰੋਪੀਅਨ ਦਰ ਦਾ ਸਿਰਫ ਅੱਧਾ ਦਿੱਤਾ ਗਿਆ। Bose was not the man to take this quietly। ਕੁਆਇਟਲੀ ਮਤਲਬ ਚੁੱਪਚਾਪ। ਬੋਸ ਇਸ ਨੂੰ ਚੁੱਪਚਾਪ ਸਹਿਣ ਕਰਨ ਵਾਲਾ ਵਿਅਕਤੀ ਨਹੀਂ ਸੀ। He felt that people who did the same amount and same kind of work should be paid the same salary, whatever race or nation they belonged to। ਉਸਨੇ ਮਹਿਸੂਸ ਕੀਤਾ ਕਿ ਜੇ ਲੋਕ ਇੱਕ ਸਮਾਨ ਮਾਤਰਾ ਵਿੱਚ ਕੰਮ ਕਰਦੇ ਹਨ ਅਤੇ ਇੱਕ ਹੀ ਤਰ੍ਹਾਂ ਦਾ ਕੰਮ ਕਰਦੇ ਹਨ, ਉਹਨਾਂ ਨੂੰ ਬਰਾਬਰ ਤਨਖਾਹ ਮਿਲਣੀ ਚਾਹੀਦੀ ਹੈ, ਭਾਵੇਂ ਉਹ ਕਿਸੇ ਜਾਤੀ, ਰੇਸ ਜਾਤੀ ਜਾਂ ਰਾਸ਼ਟਰ, ਨੇਸ਼ਨ ਨਾਲ ਸੰਬੰਧਿਤ ਹੋਣ। ਬਿਲੋਂਗਡ ਮਤਲਬ ਸੰਬੰਧਿਤ। It is worth remembering that discoveries do not come from the faithful followers and the yes men of science। ਇਹ ਯਾਦ ਰੱਖਣ ਯੋਗ ਗੱਲ ਹੈ ਕਿ ਖੋਜਾਂ, ਡਿਸਕਵਰੀਜ਼, ਖੋਜਾਂ ਵਫਾਦਾਰ ਅਨੁਯਾਈਆਂ ਜਾਂ ਚੇਲਿਆਂ ਅਤੇ ਚਾਪਲੂਸ ਵਿਗਿਆਨੀਆਂ ਦੁਆਰਾ, ਚਾਪਲੂਸ ਯੈਸਮੈਨ, ਚਾਪਲੂਸ ਨਹੀਂ ਕੀਤੀਆਂ ਜਾਂਦੀਆਂ। ਦੇ ਕਮ ਫਰੋਮ ਦਾ ਡਾਕਟਰਜ਼, ਡਾਕਟਰਜ਼ ਮਤਲਬ ਸ਼ੰਕਾਲੂ, ਰਿਵੈਲਜ਼ ਹੁੰਦਾ ਵਿਦਰੋਹੀ। ਦੇ ਕਮ ਫਰੋਮ ਦਾ ਡਾਕਟਰਜ਼ ਐਂਡ ਦਾ ਰਿਵੈਲਜ਼, ਉਹ ਸ਼ੰਕਾਲੂ ਅਤੇ ਵਿਦਰੋਹੀ ਵਿਗਿਆਨੀਆਂ ਦੁਆਰਾ ਹੀ ਕੀਤੀਆਂ ਜਾਂਦੀਆਂ ਹਨ। ਬੋਸ ਵਾਸ ਬਾਏ ਨੇਚਰ ਅ ਰਿਬੈਲ। ਬੋਸ
ਸੁਭਾਅ ਤੋਂ ਹੀ, ਬਾਏ ਨੇਚਰ ਮਤਲਬ ਸੁਭਾਅ ਤੋਂ ਹੀ ਵਿਦਰੋਹੀ ਸੀ, ਇੱਕ ਵਿਦਰੋਹੀ ਸੀ। ਰਿਬੈਲ ਮਤਲਬ ਵਿਦਰੋਹੀ। ਹੀ refused to touch any part of his salary for 3 years। ਉਸਨੇ 3 ਸਾਲ ਤੱਕ ਆਪਣੀ ਤਨਖਾਹ, ਸੈਲਰੀ ਤਨਖਾਹ ਦੇ ਕਿਸੇ ਵੀ ਹਿੱਸੇ ਨੂੰ, ਪਾਰਟ ਮਤਲਬ ਹਿੱਸਾ ਬਈ, ਛੂਹਣ ਤੋਂ, ਟੱਚ ਛੂਹਣਾ, ਇਨਕਾਰ ਕਰ ਦਿੱਤਾ। ਰਿਫਿਊਜ਼ਡ ਮਤਲਬ ਇਨਕਾਰ ਕਰਨਾ। ਇਟ ਵਾਜ਼ ਅ ਕੁਐਸਚਨ ਆਫ ਹਿਜ਼ ਸੈਲਫ ਰਿਸਪੈਕਟ। ਇਹ ਉਸ ਦੇ ਆਤਮ ਸਨਮਾਨ, ਸੈਲਫ ਰਿਸਪੈਕਟ ਆਤਮ ਸਨਮਾਨ ਦਾ ਪ੍ਰਸ਼ਨ ਸੀ, ਕੁਐਸਚਨ ਪ੍ਰਸ਼ਨ। ਐਂਡ ਹੀ ਵਾਜ਼ ਨਾਟ ਰੈਡੀ ਟੂ ਗਿਵ ਅਪ ਹਿਜ਼ ਪ੍ਰਿੰਸੀਪਲਸ। ਅਤੇ ਉਹ ਆਪਣੇ ਸਿਧਾਂਤਾਂ, ਪ੍ਰਿੰਸੀਪਲਸ ਮਤਲਬ ਸਿਧਾਂਤ, ਨੂੰ ਛੱਡਣ ਲਈ ਤਿਆਰ ਨਹੀਂ ਸੀ। ਇਨ ਦਾ ਐਂਡ ਵਿਕਟਰੀ ਵਾਜ਼ ਹਿਜ਼। ਅੰਤ ਵਿੱਚ ਜਿੱਤ ਉਸਦੀ ਹੋਈ, ਜਾਂ ਅੰਤ ਵਿੱਚ ਉਸਦੀ ਜਿੱਤ ਹੋਈ। ਥੈਂਕ ਯੂ।